हाँ, एग्जाम्पल नंबर 7 है, वेरीफाई द डाइवर्जेंट थ्योरम ऑफ ए वेक्टर 4x i कैप माइनस 2y स्क्वायर j कैप प्लस z स्क्वायर k कैप टेकन ओवर द रीजन बाउंडेड बाय x स्क्वायर प्लस y स्क्वायर इज इक्वल टू 4। पहले ध्यान ना देखो, दिस इज द इक्वेशन ऑफ द सर्कल। z इज इक्वल टू 0 तो z इज इक्वल टू 3 आ गया। इट मीन्स कि ये अपने को ਸਰਕਲ ਦੇ ਨਾਲ ਹਾਈਟ ਵੀ ਦਿੱਤੀ ਹੋਈ ਹੈ ਤੇ ਸਰਕਲ ਦੇ ਨਾਲ ਹਾਈਟ ਦਿੱਤੀ ਹੋਈ ਹੈ। ਇਟ ਮੀਨਸ ਕਿ ਦਿਸ ਇਜ਼ ਰਿਪਰੈਜ਼ੈਂਟੇਸ਼ਨ ਹੈ ਸਿਲੰਡਰ। ਸਿਲੰਡਰ ਦੀ ਸ਼ੇਪ ਦਿੱਤੀ ਹੋਈ ਹੈ, ਠੀਕ ਹੈ ਜੀ, ਜਿਹਦੇ ਐਕਸਿਸ ਆਪਣੇ ਕੋ ਇੱਕ ਸਰਕਲ ਹੈਗਾ ਜਿਹਦਾ z ਆਪਣੇ ਕੋ 0 ਹੈ ਤੇ ਦੂਸਰਾ ਸਰਕਲ ਹੈਗਾ ਜਦੋਂ ਹਾਈਟ ਆਪਣੇ ਕੋ ਵਧਾ ਕੇ 3 ਹੋ ਗਈ ਤੇ ਮਤਲਬ ਕਿ ਆਪਣੇ ਕੋ ਦੇ ਆਰ ਦਾ ਰਿਪਰੈਜ਼ੈਂਟੇਸ਼ਨ ਆਫ ਦਾ ਸਰਕਲ ਇਕੁਏਸ਼ਨ ਸਿਲੰਡਰ ਇਕੁਏਸ਼ਨ ਟੇਕਨ ਓਵਰ। ਹੁਣ ਆਪਣੇ ਕੋ ਹੈ ਕਿ ਸਿਲੰਡਰ ਦੀ ਸਰਫੇਸ ਆ ਗਈ एक्स स्क्वायर प्लस वाई स्क्वायर इज इक्वल टू 4 ਜਿਹੜਾ ਰਿਪਰੈਜ਼ੈਂਟ ਕਰ ਰਿਹਾ ਸਰਕਲ ਨੂੰ। ਡਾਇਗਰਾਮ 'ਚ ਦੇਖੋ ਆ ਸਰਕਲ ਤੇ ਆ ਸਰਕਲ ਨੂੰ ਰਿਪਰੈਜ਼ੈਂਟ ਕਰ ਰਿਹਾ। z ਇਜ਼ ਇਕੁਅਲ ਟੂ 0, z ਇਜ਼ ਇਕੁਅਲ ਟੂ 0 ਨੀਚੇ ਵਾਲੇ ਨੂੰ ਰਿਪਰੈਜ਼ੈਂਟ ਕਰ ਰਿਹਾ ਤੇ z ਇਜ਼ ਇਕੁਅਲ ਟੂ 3 ਉੱਪਰ ਵਾਲੇ ਨੂੰ ਰਿਪਰੈਜ਼ੈਂਟ ਕਰ ਰਿਹਾ ਜਿਹੜੀ ਹਾਈਟ ਦੱਸ ਰਹੀ ਹੈ। ਐਂਡ v ਵੀ ਦਾ ਵੋਲਿਊਮ ਹੈ ਇਨਕਲੋਜ਼ਡ ਬਾਈ ਦਾ ਸਰਫੇਸ। ਕਹਿੰਦੇ ਕਿ ਸਰਫੇਸ ਨੇ ਜਿੰਨਾ ਵੋਲਿਊਮ ਕਵਰ ਕੀਤਾ ਆ ਉਹਨੂੰ ਆਪਾਂ v ਦੇ ਨਾਲ ਰਿਪਰੈਜ਼ੈਂਟ ਕਰ ਰਹੇ ਹਾਂ। ਹੁਣ ਆਪਣੇ ਕੋ ਗੌਸ ਥਿਊਰਮ ਕੀ ਕਹਿੰਦੀ ਹੈ? ਗੌਸ ਥਿਊਰਮ ਕਹਿੰਦੀ ਡਬਲ ਇੰਟੀਗ੍ਰੇਸ਼ਨ ਆਫ ਕੀ ਕਹਿੰਦੀ ਸੀ? ਡਬਲ ਇੰਟੀਗ੍ਰੇਸ਼ਨ ਆਫ f cap dot n vector ds is equal to triple integration of divergent of f dv। ਆਹੀ ਰਿਲੇਸ਼ਨ ਹੈ। ਹੁਣ ਦੇਖੋ ਡਾਇਵਰਜੈਂਟ ਆਫ f ਕੱਢਣਾ ਹੈ ਜੀ। ਹੁਣ f ਦੀ ਥਾਂ ਤੇ ਆਪਣੇ ਕੋ a ਵੈਕਟਰ ਹੈ, f ਦੀ ਥਾਂ ਤੇ a ਵੈਕਟਰ ਹੈ ਤੇ ਆਪਾਂ ਕੀ ਕੀਤਾ ਡਾਇਵਰਜੈਂਟ ਆਫ a ਵੈਕਟਰ dv ਆਪਾਂ ਪਹਿਲੇ ਸੋਲਵ ਕਰ ਲਿਆ। ਆਪਾਂ ਰਾਈਟ ਹੈਂਡ ਸਾਈਡ ਵਾਲੀ ਪਹਿਲੇ ਆਪਾਂ ਸੋਲਵ ਕਰ ਲੈਣੀ। ਹੁਣ ਡਾਇਵਰਜੈਂਟ ਆਫ a ਵੈਕਟਰ ਹੈ, ਮੈਂ ਦੱਸਿਆ ਸੀ ਕਿ ਅਗਰ ਡਾਇਵਰਜੈਂਟ ਆਫ a ਵੈਕਟਰ a ਵੈਕਟਰ ਕੀ ਹੋਏਗਾ? a ਵੈਕਟਰ ਆਪਣੇ ਕੋ ਦਿਸ ਇਕੁਏਸ਼ਨ ਹੋਏਗੀ। ਹੁਣ ਇਹਦੇ ਵਿੱਚ ਦੇਖੋ ਕਿ ਆਪਣੇ ਕੋ a ਵੈਕਟਰ ਕੀ ਹੋਏਗਾ, ਧਿਆਨ ਨਾਲ ਇਹਦਾ ਪਾਰਸ਼ਲ ਡੈਰੀਵੇਟਿਵ ਕਰਾਂਗੇ ਵਿਦ ਰਿਸਪੈਕਟ ਟੂ x ਕਿਉਂਕਿ ਆਪਣੇ ਕੋ ਡਾਇਵਰਜੈਂਟ ਕੀ ਹੁੰਦਾ? ਡਾਇਵਰਜੈਂਟ ਇਜ਼ ਰਿਪਰੈਜ਼ੈਂਟੇਸ਼ਨ ਆਫ ਕੱਲੀ ਅਪॉन ਕੱਲੀ x i ਕੈਪ प्लस ਕੱਲੀ ਅਪॉन ਕੱਲੀ y j ਕੈਪ प्लस ਕੱਲੀ ਅਪॉन ਕੱਲੀ z k ਕੈਪ। ਇਹ ਹੋ ਗਈ ਡਾਇਵਰਜੈਂਟ ਦੀ। ਤੇ ਡਾਇਵਰਜੈਂਟ ਡਾਟ ਪ੍ਰੋਡਕਟ ਆਫ a ਵੈਕਟਰ ਹੈ ਤੇ ਡਾਟ ਪ੍ਰੋਡਕਟ ਆਫ a ਵੈਕਟਰ ਹੈ। ਇਟ ਮੀਨਸ ਕਿ ਇਹਨਾਂ ਦਾ ਪਾਰਸ਼ਲ ਡੈਰੀਵੇਟਿਵ ਵਿਦ ਰਿਸਪੈਕਟ ਟੂ i ਕੈਪ ਵਿਦ ਰਿਸਪੈਕਟ ਟੂ j ਕੈਪ ਵਿਦ ਰਿਸਪੈਕਟ ਟੂ k ਕੈਪ। ਤੇ ਮੈਂ ਕੀਤਾ ਕਿ ਇਹਦੇ ਵਿੱਚ ਆਪਣੇ ਕੋ x ਦਾ ਡੈਰੀਵੇਟਿਵ ਕੀਤਾ, ਆਪਣੇ ਕੋ ਕੀ ਹੈ ਸੌਰੀ a ਵੈਕਟਰ ਸਾਡੇ ਕੋ ਆ ਦਿੱਤਾ ਹੋਇਆ। ਹਾਂ ਇਹਦੇ ਵਿੱਚ ਦੇਖੋ ਆਪਣੇ ਕੋ a ਵੈਕਟਰ ਦਾ ਹੁਣ ਦੇਖੋ ਪਾਰਸ਼ਲ ਡੈਰੀਵੇਟਿਵ ਕੀਤਾ ਵਿਦ ਰਿਸਪੈਕਟ ਟੂ x ਤੇ ਕੀ ਆਇਆ ਆਪਣੇ ਕੋ 4 ਆ ਗਿਆ। ਹਾਂਜੀ ਜੀ 4 ਆ ਗਿਆ। ਫਿਰ ਆਪਣੇ ਕੋ ਪਲੱਸ ਦਾ ਸਾਈਨ ਆ ਗਿਆ। ਪਾਰਸ਼ਲ ਡੈਰੀਵੇਟਿਵ ਵਿਦ ਰਿਸਪੈਕਟ ਟੂ y, ਵਿਦ ਰਿਸਪੈਕਟ ਟੂ y ਆਪਣੇ ਕੋ ਕੀ ਆਏਗਾ -4y ਆ ਗਿਆ। ਫਿਰ ਪਾਰਸ਼ਲ ਡੈਰੀਵੇਟਿਵ ਵਿਦ ਰਿਸਪੈਕਟ ਟੂ z ਹੈ, ਫਿਰ ਆਪਾਂ z ਦਾ ਸਕੁਅਰ ਕੀਤਾ, ਪਾਰਸ਼ਲ ਡੈਰੀਵੇਟਿਵ ਕੀ ਆ ਗਿਆ 2z ਆ ਗਿਆ। i ਕੈਪ ਡੋਟ i ਕੈਪ ਆਪਣੇ ਕੋ ਕੀ ਆਏਗਾ? ਹੁਣ ਦੇਖੋ ਆ ਵਾਲਾ i ਕੈਪ ਡੋਟ i ਕੈਪ that is a 1, j cap dot j cap that is 1, k cap dot k cap that is 1। ਤੇ ਆਪਣੇ ਕੋ ਇੱਥੇ ਉਹਨਾਂ ਨੇ ਲੈ ਲਿਖਿਆ ਨਾਲ ਇਨਟੂ dv ਕਰ ਦਿੱਤਾ ਜਿਹੜਾ ਇੱਥੇ ਰਿਪਰੈਜ਼ੈਂਟ ਕੀਤਾ ਹੋਇਆ। ਹੁਣ ਆਪਣੇ ਕੋ ਆ ਗਿਆ ਟ੍ਰਿਪਲ ਇੰਟੀਗ੍ਰੇਸ਼ਨ ਹੈ 4 4y 2z ਆਪਣੇ ਕੋ dv ਆ ਗਿਆ। ਹੁਣ ਦੇਖੋ ਆਪਣੇ ਕੋ ਤਿੰਨ ਇੰਟੀਗ੍ਰੇਸ਼ਨ ਹੈ, ਤਿੰਨ ਇੰਟੀਗ੍ਰੇਸ਼ਨ ਇੱਕ ਆਪਣੇ ਕੋ x ਦੀ ਲਿਮਿਟ ਰਿਪਰੈਜ਼ੈਂਟ ਕਰ ਰਹੀ ਹੈ, ਇੱਕ y ਦੀ ਤੇ ਇੱਕ z ਦੀ। ਤੇ z ਦੀ ਆਪਣੇ ਕੋ ਲਿਮਿਟ ਕਿੱਥੋਂ ਚੇਂਜ ਹੋ ਰਹੀ ਹੈ 0 ਤੋਂ ਲੈ ਕੇ 3 ਦੇ, ਆਪਾਂ ਲਏ 0 ਤੋਂ 3 ਦੇ। ਹੁਣ y ਦੀ ਲਿਮਿਟ ਇਨ ਟਰਮਸ ਆਫ x ਆ ਗਿਆ। ਹੁਣ ਦੇਖੋ y ਦੀ ਲਿਮਿਟ ਆਪਾਂ ਕਿੱਦਾਂ ਕੱਢਾਂਗੇ? ਹੁਣ y ਇਕੁਏਸ਼ਨ ਹੈ, ਅਗਰ ਮੈਂ ਇਸ ਇਕੁਏਸ਼ਨ ਤੋਂ ਕੱਢਾਂ y ਦੀ ਵੈਲਿਊ ਤੇ ਆਪਣੇ ਕੋ ਕੀ ਆਏਗਾ x² -4x² ਤੇ y +/(4 x²। ਤੇ ਮਾਈਨਸ ਵਾਲੀ ਲੋਅਰ ਲਿਮਿਟ ਹੋ ਜਾਏਗੀ ਤੇ ਪਲੱਸ ਵਾਲੀ ਅਪਰ ਲਿਮਿਟ ਹੋ ਜਾਏਗੀ। ਇਹ ਲਿਮਿਟ ਹੋਗੀ y ਦੀ। ਤੇ x ਦੀ ਲਿਮਿਟ ਅਗਰ ਮੈਂ ਕਰੂੰਗਾ y ਨੂੰ 0 ਪੁੱਟ ਕਰਾਂਗਾ ਤੇ x ਦੀ ਦੋ ਆ ਜਾਣੀਆਂ ਵੈਲਿਊ, ਇੱਕ -2 ਇੱਕ ਆ ਗਈ +2 ਤੇ ਉਹ ਆ ਗਈ x ਦੀ ਲਿਮਿਟ। ਹੁਣ ਆਪਾਂ ਕੀ ਕਰਨਾ ਇਹਨੂੰ 1 ਬਾਈ 1 ਸੋਲਵ ਕਰਨਾ ਆ। ਪਹਿਲੇ ਆਪਾਂ z ਦੀ ਲਿਮਿਟ ਪੁੱਟ ਕਰ ਦੇਣੀ ਆ ਇੰਟੀਗ੍ਰੇਸ਼ਨ ਕਰਨ ਤੋਂ ਬਾਅਦ, ਫਿਰ ਜੋ ਆਇਆ ਫਿਰ ਉਹ ਤੋਂ ਬਾਅਦ y ਦੀ ਇੰਟੀਗ੍ਰੇਸ਼ਨ ਕਰਨ ਤੋਂ ਬਾਅਦ ਲਿਮਿਟ ਪੁੱਟ ਕਰ ਦੇਣੀ, ਫਿਰ x ਦੀ ਲਿਮਿਟ ਇੰਟੀਗ੍ਰੇਸ਼ਨ ਕਰਨ ਤੋਂ ਬਾਅਦ ਉਹਦੀ ਲਿਮਿਟ ਪੁੱਟ ਕਰ ਦੇਣੀ। ਹੁਣ ਪਹਿਲੇ ਦੇਖੋ ਕਿ ਆਪਾਂ z ਦੀ ਲਿਮਿਟ ਪੁੱਟ ਕਰਨੀ ਹੈ ਤੇ ਆਪਾਂ dz ਦਾ ਇੰਟੀਗ੍ਰੇਸ਼ਨ ਕਰਾਂਗੇ।
ਹੁਣ ਵਿਦ ਰਿਸਪੈਕਟ ਟੂ डी z ਹੈ, ਆਪਾਂ ਇੰਟੀਗ੍ਰੇਸ਼ਨ ਕੀਤਾ ਤੇ 4 ਆ ਗਿਆ, 4 ਤਾਂ ਕਨਸਟੈਂਟ ਹੋ ਗਿਆ ਤੇ 1 ਦਾ ਇੰਟੀਗ੍ਰੇਸ਼ਨ ਕੀ ਆ ਗਿਆ z। 4y ਹੈ, 4y ਕਨਸਟੈਂਟ ਹੋ ਗਿਆ ਤੇ 1 ਦਾ ਇੰਟੀਗ੍ਰੇਸ਼ਨ ਕੀ ਆ ਗਿਆ z। ਹੁਣ 2z ਹੈ ਤੇ 2 ਇੱਧਰ ਰਹੇਗਾ, z ਦੀ ਪਾਵਰ 1 ਹੈ ਤੇ 1 + 1 2 ਹੋ ਗਿਆ z ਸਕੁਅਰ ਬਾਈ 2 ਤੇ ਇੰਟੀਗ੍ਰੇਸ਼ਨ ਹੋ ਗਈ, दैट इज अपने को ਤੇ ਮਤਲਬ ਆਪਣੇ ਕੋ ਇੰਟੀਗ੍ਰੇਸ਼ਨ ਹੋ ਗਈ ਵਿਦ ਰਿਸਪੈਕਟ ਟੂ z ਦੇ ਨਾਲ। ਜਦੋਂ ਆਪਾਂ z ਦੇ ਨਾਲ ਇੰਟੀਗ੍ਰੇਸ਼ਨ ਕਰ ਦਿੱਤੀ ਤੇ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ, ਹੁਣ ਅਪਰ ਲਿਮਿਟ ਪੁੱਟ ਕਰਾਂਗੇ ਫਿਰ ਮਾਈਨਸ ਕਰਾਂਗੇ ਲੋਅਰ ਲਿਮਿਟ ਪੁੱਟ ਕਰਾਂਗੇ ਤੇ ਪੁੱਟ ਕਰਨ ਤੋਂ ਬਾਅਦ ਸਾਡੇ ਕੋਲ ਸੋਲਵ ਆ ਗਿਆ। ਆਪਾਂ ਆਪਣੇ को 4 ਤੇ 12 अपने को 12 -12y इधर अपने को पुट की 2 ਨਾਲ 2 कैंसिल हो गए थे 9 ਤੇ z ਜਦੋਂ ਪੁੱਟ ਕੀਤਾ ਬਾਕੀ ਦਾ ਟਰਮ 0 ਤੇ 12y 12 - 12y + 9 ਹੋ ਗਿਆ। ਤੇ ਹੁਣ z ਦਾ ਡਿਫਰੈਂਸ਼ੀਏਬਲ ਵਾਲਾ ਪਾਰਟ ਆਪਾਂ ਸੋਲਵ ਕਰ ਲਿਆ, ਹੁਣ y ਤੇ x ਰਹਿ ਗਿਆ। ਹੁਣ ਆਪਾਂ ਕੀ ਕਰਨਾ, ਇੰਟੀਗ੍ਰੇਸ਼ਨ ਕਰਨੀ ਹੈ ਵਿਦ ਰਿਸਪੈਕਟ ਟੂ y ਤੇ ਇੰਟੀਗ੍ਰੇਸ਼ਨ ਕਰਾਂਗੇ 12 × 1 ਦਾ ਇੰਟੀਗ੍ਰੇਸ਼ਨ ਕਰਾਂਗੇ दैट इज y ਆ ਜਾਏਗਾ ਤੇ 12y ਆ ਜਾਏਗਾ ਤੇ 21 × y² डिवाइडेड बाई 2 आ जाएगा 12y² डिवाइडेड बाई 2 + 9y आ जाएगा ਤੇ 12 + 9y ਆਪਣੇ को 21y ਆ ਜਾਏਗਾ ਤੇ 12y ਦਾ ਸਕੁਅਰ ਬਾਈ 2 ਇੱਦਾਂ ਹੀ ਆ ਜਾਏਗਾ। ਹੁਣ ਆਪਾਂ ਪੁੱਟ ਕਰਨੀ ਹੈ ਲਿਮਿਟ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ ਤੇ ਅਪਰ ਲਿਮਿਟ ਪੁੱਟ ਕਰਾਂਗੇ ਦੋਨਾਂ ਦੇ ਵਿੱਚ, ਜਿਹਦੀ ਆਪਣੇ को ਹੈਗੇ √4 - x², ਫਿਰ ਮਾਈਨਸ ਕਰਾਂਗੇ 12/2 ਨਾਲ ਕੈਂਸਲ ਹੋ ਗਿਆ 6 ਆ ਜਾਏਗਾ ਤੇ ਫਿਰ ਲੋਅਰ ਲਿਮਿਟ ਪੁੱਟ ਕਰਾਂਗੇ, ਲੋਅਰ ਲਿਮਿਟ ਪੁੱਟ ਕਰਨਾ ਹੈ। ਜਦੋਂ ਇਹਨਾਂ ਸਾਰਿਆਂ ਨੂੰ ਸੋਲਵ ਕਰ ਦੇਣੀ ਫਿਰ ਆਪਣੇ ਕੋਲ ਇਕੁਏਸ਼ਨ ਆ ਗਈ √4 - x² dx ਕ੍ਰੋਸ ਹੋ ਜਾਣੀ, ਆਹ ਵਾਲੀ ਟਰਮ ਇਹਦੇ ਨਾਲ ਕੈਂਸਲ ਹੋ ਜਾਏਗੀ ਤੇ ਇਹਦੇ ਵਿੱਚੋਂ ਆਹ ਵਾਲੀ ਟਰਮ ਕੈਂਸਲ ਕਰ ਦਾਂਗੇ ਤੇ ਆਪਣੇ ਕੋਲ ਆਹ ਚੀਜ਼ ਆ ਜਾਏਗੀ। ਹੁਣ ਆਪਣੇ को आ गया ਇੱਥੇ ਦੀ ਆ ਮਾਈਨਸ ਪਲੱਸ ਹੋ ਜਾਏਗਾ 42 ਬਾਹਰ ਆ ਜਾਏਗਾ, ਅੰਡਰ ਆ ਜਾਏਗਾ 4 - x² dx। ਹੁਣ ਉਸ ਤੋਂ ਬਾਅਦ ਆਪਣੇ को ਹੈ ਆਪਾਂ ਫਿਰ ਇੰਟੀਗ੍ਰੇਸ਼ਨ ਕਰਾਂਗੇ ਵਿਦ ਰਿਸਪੈਕਟ ਟੂ x। ਹੁਣ ਵਿਦ ਰਿਸਪੈਕਟ ਟੂ x ਇਹ ਆਪਣੇ को ਬਣ ਗਈ, ਆਪਾਂ ਪੜ੍ਹੀ ਹੋਣੀ +2 ਦੇ ਵਿੱਚ, ਅਗਰ ਇੰਟੀਗ੍ਰੇਸ਼ਨ ਆਫ a² - x² ਹੈ ਤੇ ਉਹਦਾ ਫਾਰਮੂਲਾ ਹੈਗਾ ਆ a² - x² ਦਾ ਫਾਰਮੂਲਾ ਹੈ दैट इज अपने को x अंडर x/2 √a² - x² प्लस a/2 sin इनवर्स x/a। ਇਹ ਆਪਾਂ +2 ਦੇ ਵਿੱਚ ਆਪਾਂ ਸੋਲਵ ਕਰਦੇ ਸੀ ਇਕੁਏਸ਼ਨ ਨੂੰ, ਜਦੋਂ ਇੰਟੀਗ੍ਰੇਸ਼ਨ अंडर √a² - x² ਦੀ x/2 अंडर रूट ऑफ a² - x² प्लस a²/2 sin इनवर्स x/a। ਹੁਣ ਇਹੀ ਵਾਲਾ ਫਾਰਮੂਲਾ ਆਪਾਂ ਇੱਥੇ ਅਪਲਾਈ ਕਰ ਦਿੱਤਾ दैट इज x/2 अंडर रूट ऑफ a² - x²। a² ਦੀ ਵੈਲਿਊ ਆਪਣੇ को 4 ਹੈ, 4 - x² प्लस a² ਦੀ ਵੈਲਿਊ ਆਪਣੇ को 4 ਹੈ डिवाइडेड बाई 2 sin इनवर्स x/a। a ਹੈ ਆਪਣੇ को a ਦੀ ਵੈਲਿਊ 2 ਹੋ ਜਾਏਗੀ। ਹੁਣ ਅਪਰ ਲਿਮਿਟ ਪੁੱਟ ਕਰ ਦੇਣੀ ਮਾਈਨਸ ਲੋਅਰ ਲਿਮਿਟ, ਅਪਰ ਲਿਮਿਟ ਪੁੱਟ ਕੀਤੀ 2 ਤੇ 2 4 - 4 0 ਹੋ ਜਾਏਗਾ ਤਾਂ ਅਗਲਾ ਪਾਰਟ 0 ਹੋ ਜਾਏਗਾ। ਫਿਰ ਆਪਾਂ ਇੱਥੇ ਪੁੱਟ ਕੀਤੀ 2 2 1 ਆ ਗਿਆ दैट इज 90 ਆ ਜਾਏਗਾ ਤੇ ਇੱਥੇ 2 ਆ ਜਾਏਗਾ ਤੇ ਜਦੋਂ 0 ਪੁੱਟ ਕਰਾਂਗੇ ਤੇ ਅਗਲਾ ਪਾਰਟ 0 ਹੋ ਜਾਏਗਾ ਤੇ ਇੱਧਰ 84 2 ਨਾਲ 2 कैंसिल हो गया तो 84 पाई ਤੇ ਆਪਣੇ को ਸੋਲੂਸ਼ਨ ਆ ਜਾਂਦਾ ਰਾਈਟ ਹੈਂਡ ਸਾਈਡ ਵਾਲੀ ਇਕੁਏਸ਼ਨ ਦਾ दैट इज ट्रिपल इंटीग्रेशन ऑफ डाइवर्जेंट ऑफ f dv ਇਹ ਬਰਾਬਰ ਹੈਗਾ दैट इज 84 पाई। ਹੁਣ ਆਪਾਂ ਸੋਲਵ ਕਰਨੀ ਹੈ दैट इज ਲੈਫਟ ਹੈਂਡ ਸਾਈਡ ਦੀ ਇੰਟੀਗ੍ਰੇਸ਼ਨ ਜਿਹੜੀ ਵਿਦ ਰਿਸਪੈਕਟ ਟੂ ਸਰਫੇਸ ਹੈਗੀ ਹੈ ਤੇ ਉਹਨੂੰ ਆਪਾਂ ਕਿੱਦਾਂ ਸੋਲਵ ਕਰਾਂਗੇ, ਉਹ ਆਪਾਂ ਸੋਲਵ ਕਰਾਂਗੇ ਇੰਨਾ ਪਾਰਟ ਕਰਨ ਤੋਂ ਬਾਅਦ। ਨੈਕਸਟ ਪਾਰਟ ਹੈ, ਹੁਣ ਆਪਾਂ ਸਰਫੇਸ ਆਫ ਦਾ ਸਿਲੰਡਰ ਲੈ ਲਿਆ ਜਿਹਦੀ ਆਪਣੇ को ਸਰਫੇਸ S1 ਲੈ ਲਈ ਹੈ, ਜਿਹਦੀ ਆਪਣੇ को Z 0 ਹੈ ਤੇ ਦੂਸਰੀ ਟੌਪ ਲੈ ਲਈ ਹੈ ਜਿਹਦੇ ਵਿੱਚ Z ਆਪਣੇ को 3 ਹੈ। ਹੁਣ ਆਪਾਂ ਕੰਸੀਡਰ ਕਰ ਰਹੇ ਹਾਂ ਕਿ ਉਹ ਵਾਲੇ ਸਰਕਲ ਜਿਹਦੇ ਵਿੱਚ ਸਰਫੇਸ ਕੰਸੀਡਰ ਕਰ ਰਹੇ ਜਿਹੜੀ Z 0 ਤੇ ਹੈ ਤੇ ਦੂਸਰੀ ਸਰਫੇਸ ਆਪਣੇ को Z 3 ਤੇ ਹੈ ਤੇ ਉਹਦੇ ਵਿੱਚ ਕਨਵੈਕਸ ਪੋਰਸ਼ਨ ਕਿਹੜਾ ਹੋਏਗਾ, ਸਰਕਲ ਦਾ ਹੀ ਹੋਏਗਾ ਤੇ ਸਰਕਲ ਦੀ ਸਰਫੇਸ ਆਏਗੀ। ਦੈਨ ਆਪਣੇ को ਡਬਲ ਇੰਟੀਗ੍ਰੇਸ਼ਨ ਆਫ a ਡੋਟ n ਵੈਕਟਰ ds। ਹੁਣ ਦੇਖੋ ਮੈਂ ਦੱਸਿਆ ਸੀ f ਵੈਕਟਰ ਦੇ ਸਾਥੇ ਆਪਾਂ a ਵੈਕਟਰ ਲੈਣਾ। ਹੁਣ ਤਿੰਨ ਪਾਰਟ ਦੇ ਵਿੱਚ ਆਪਣੇ ਕੋਲ ਡਾਇਗਰਾਮ ਹੋ ਗਿਆ, ਤਿੰਨ ਪਾਰਟ ਦੇ ਵਿੱਚ ਸਰਫੇਸ ਬਣੀ ਹੈ ਤੇ ਪਹਿਲੇ ਸਰਫੇਸ ਹੈ a ਵੈਕਟਰ ਡੋਟ n ਵੈਕਟਰ ds1, दूसरा है a वैक्टर डॉट n वैक्टर डॉट ds2 प्लस a वैक्टर डॉट n वैक्टर डॉट ds3। ਹੁਣ ਫਸਟ ਸਰਫੇਸ ਦੀ ਗੱਲ ਕਰੀਏ ਜਿਹਦੇ ਵਿੱਚ ਆਪਣੇ ਕੋ ਕੀ ਹੈ z ਦੀ ਵੈਲਿਊ 0 ਹੈ, z ਦੀ ਵੈਲਿਊ 0 ਹੈ, n ਵੈਕਟਰ ਆਪਣੇ ਕੋ ਕੀ ਹੋਏਗਾ ਨੈਗੇਟਿਵ ਦੇ ਵਿੱਚ ਹੋਏਗਾ, ਕਿਉਂ ਕਿਉਂਕਿ ਇਹ ਐਂਟੀ ਕਲੋਕਵਾਈਜ਼ ਹੈ। n ਵੈਕਟਰ ਆਪਣੇ को माइनस k वैक्टर k कैप होएगा तो a वैक्टर तो सानू पता ही है कि अपने को 4xi कैप माइनस 2y² j कैप सी प्लस z² k कैप है तो z की वैल्यू इतने 0 ली हुई है, इस करके आप z वाला पार्ट छड्ड देना।
ਹੁਣ ਇਹਦੇ ਤੋਂ ਬਾਅਦ ਹੈ ਕਿ ਇਹਨਾਂ ਦੋਨਾਂ ਦਾ ਡਾਟ ਪ੍ਰੋਡਕਟ ਕਰੋ n ਕੈਪ ਦੇ ਨਾਲ। ਮੈਂ a ਵੈਕਟਰ ਡਾਟ n ਵੈਕਟਰ ਦਾ ਡਾਟ ਪ੍ਰੋਡਕਟ ਕੀਤਾ ਤੇ ਮੇਰੇ ਕੋਲ ਕੀ ਹੈ 0। ਕਿਉਂ? ਕਿਉਂਕਿ ਇਹਦਾ ਕ੍ਰੋਸ ਪ੍ਰੋਡਕਟ ਕਰਾਂਗੇ i ਡਾਟ k ਵੈਕਟਰ ਦੈਟ ਇਜ਼ ਆਪਣੇ ਕੋਲ 0, j ਡਾਟ k ਵੈਕਟਰ ਦੈਟ ਇਜ਼ ਆਲਸੋ 0, ਤੇ ਆਪਣੇ ਕੋਲ ਸਾਰਾ ਪਾਰਟ ਇੱਥੇ 0 ਹੋ ਜਾਏਗਾ ਤੇ ਆਪਣੇ ਕੋਲ ਆਹ ਵਾਲੀ ਸਰਫੇਸ ਦਾ ਇੰਟੀਗ੍ਰੇਸ਼ਨ ਵੀ 0 ਹੋ ਜਾਏਗਾ। ਸਿਮਿਲਰਲੀ ਆਪਾਂ ਸਰਫੇਸ 2 ਲੈ ਲਈ ਜਿਹਦੇ ਵਿੱਚ ਆਪਾਂ z ਦੀ ਵੈਲਿਊ 3 ਪੁੱਟ ਕਰਨੀ ਹੈ ਤੇ z ਦੀ ਵੈਲਿਊ ਜਦੋਂ 3 ਪੁੱਟ ਕੀਤੀ ਤੇ n ਵੈਕਟਰ ਆਪਣੇ ਕੋ ਕਲੋਕਵਾਈਜ਼ ਐਂਟੀ ਕਲੋਕਵਾਈਜ਼ ਹੋ ਗਿਆ ਤੇ ਆਪਣੇ ਕੋ ਪੋਜ਼ਿਟਿਵ ਆ ਗਿਆ ਤੇ ਆਪਣੇ ਕੋ ਐਂਟੀ ਕਲੋਕਵਾਈਜ਼ ਆ ਗਿਆ ਤੇ ਆਪਣੇ ਕੋ z ਦੀ ਵੈਲਿਊ ਇੱਥੇ ਪੁੱਟ ਕਰ ਦਾਂਗੇ ਜਿਹਦੀ ਆਪਣੇ ਕੋ 9k ਆ ਜਾਏਗੀ। a ਵੈਕਟਰ ਡਾਟ n ਵੈਕਟਰ ਦਾ ਡਾਟ ਪ੍ਰੋਡਕਟ ਕਰਾਂਗੇ ਤੇ ਆਪਣੇ ਕੋ ਡਾਟ ਪ੍ਰੋਡਕਟ ਕੀਤਾ ਸਾਡੇ ਕੋ 9 ਵੈਲਿਊ ਆਈ ਹੈ ਤੇ ਉਹਦਾ ਇੰਟੀਗ੍ਰੇਸ਼ਨ ਕਰਾਂਗੇ। ਹੁਣ ਆਹ ਵਾਲੀ ਇੰਟੀਗ੍ਰੇਸ਼ਨ ਨੂੰ ਸੋਲਵ ਕਰਦੇ ਪਏ ਆ ਤੇ 9 ਆ ਗਈ 9 ds2 ਤੇ 9 ਕਨਸਟੈਂਟ ਬਾਹਰ ਆ ਗਿਆ ਤੇ 1 ਦਾ ਇੰਟੀਗ੍ਰੇਸ਼ਨ ਕੀ ਹੁੰਦਾ ਹੈ 1 ਦਾ। ਹੁਣ ਦੇਖੋ ਇਹ ਕਿਹਦੀ ਰਿਪਰੈਜ਼ੈਂਟੇਸ਼ਨ ਦੇ ਰਹੀ ਸੀ ਦੈਟ ਇਜ਼ ਹਾਫ ਆਫ ਦਾ ਸਰਕਲ। ਹੁਣ ਇਹ ਆਪਣੇ ਕੋ ਰੇਡੀਅਸ ਸਰਕਲ ਦੀ ਇਕੁਏਸ਼ਨ ਦੇ ਰਹੀ ਸੀ ਤੇ ਸਰਕਲ ਦੀ ਇਕੁਏਸ਼ਨ ਏਰੀਆ ਕੀ ਹੁੰਦਾ ਪਾਈ ਆਰ ਸਕੁਅਰ। ਹੁਣ r ਦੀ ਵੈਲਿਊ ਆਪਣੇ ਕੋ ਕਿੰਨੀ ਹੈ 2, ਰੇਡੀਅਸ ਕਿੰਨਾ ਹੈ 2 ਤੇ ਆਪਣੇ ਕੋ ਆ ਗਈ ਪਾਈ 2 ਦਾ ਸਕੁਅਰ ਤੇ ਆਪਣੇ ਕੋ ਆ ਗਈ ਦੈਟ ਇਜ਼ 4 9 ਚੌਕਾ 36 36 ਪਾਈ ਆਪਣੇ ਕੋ ਆ ਗਈ ਸਰਫੇਸ ਏਰੀਆ। नेक्स्ट अपने को है S3 सरफेस है S3 सरफेस अपने को इक्वेशन की आ गई दैट इज x स्क्वायर प्लस y स्क्वायर इज इक्वल टू 4। ਆਪਾਂ ਉਹਨੂੰ 5 ਫੰਕਸ਼ਨ ਮੰਨ ਲਿਆ 5 ਫੰਕਸ਼ਨ ਮੰਨ ਲਿਆ ਇਟ ਮੀਨਸ ਕਿ ਜਿਹੜਾ 4 ਉੱਧਰ ਜਾ ਕੇ ਨੈਗੇਟਿਵ ਚ ਹੋ ਜਾਏਗਾ। ਫਿਰ ਮੈਂ ਉਹਦਾ ਯੂਨਿਟ ਵੈਕਟਰ ਕੱਢਿਆ। ਹੁਣ ਇਹਨੂੰ ਮੈਨੂੰ ਨਹੀਂ ਪਤਾ ਕਿ ਇਹਦਾ ਯੂਨਿਟ ਵੈਕਟਰ ਕਿੱਦਾਂ, ਜਿਵੇਂ ਇਹਦੇ ਚ ਪਤਾ ਸੀਗਾ ਕਿ z ਦਾ ਜਿਹੜਾ ਯੂਨਿਟ ਵੈਕਟਰ -k ਕੈਪ ਹੈ z ਦਾ ਇਹਦੇ ਵਿੱਚ ਯੂਨਿਟ ਵੈਕਟਰ ਆਪਣੇ ਕੋ k ਕੈਪ ਹੈ ਪਰ ਇਸ ਫੰਕਸ਼ਨ ਦਾ ਮੈਨੂੰ ਯੂਨਿਟ ਵੈਕਟਰ ਨਹੀਂ ਪਤਾ। ਫਿਰ ਮੈਂ ਕੀ ਕਰੂੰਗਾ ਪਹਿਲੇ ਇਹਦਾ ਯੂਨਿਟ ਨੋਰਮਲ ਕੱਢਾਂਗੇ ਜਿਹੜਾ S3 ਦੇ ਸਰਫੇਸ ਦਾ ਹੈ ਉਹ ਹੈਗਾ ਡਾਈਵਰਜੈਂਟ ਆਫ φ ਡਿਵਾਈਡਡ ਬਾਈ ਮੋਡ ਆਫ ਡਾਈਵਰਜੈਂਟ ਆਫ φ। ਹੁਣ ਡਾਈਵਰਜੈਂਟ ਆਫ φ ਦਾ ਮਤਲਬ ਹੈ ਕਿ ਕੱਲੀ ਬਾਈ ਕੱਲੀ x i ਕੈਪ ਪਲਸ ਕੱਲੀ ਬਾਈ ਕੱਲੀ y j ਕੈਪ ਪਲਸ ਕੱਲੀ ਬਾਈ ਕੱਲੀ z k ਕੈਪ ਹੈ ਉਹਦਾ ਡਾਟ ਪ੍ਰੋਡਕਟ ਕਰਨਾ ਹੈ φ ਦੇ ਨਾਲ। φ ਫੰਕਸ਼ਨ ਕੀ ਹੈ x ਸਕੁਅਰ ਪਲਸ y ਸਕੁਅਰ ਮਾਈਨਸ 4। ਇਹ ਆਪਾਂ ਪੁੱਟ ਕਰ ਦਿੱਤੇ। ਉਹਨਾਂ ਦੇ ਪਾਰਸ਼ਲ ਡੈਰੀਵੇਟਿਵ ਕੀਤਾ ਵਿਦ ਰਿਸਪੈਕਟ ਟੂ x ਵਿਦ ਰਿਸਪੈਕਟ ਟੂ y ਵਿਦ ਰਿਸਪੈਕਟ ਟੂ z ਤੇ ਆਪਣੇ ਕੋ ਹੈ 2x i ਕੈਪ ਪਲਸ 2y j ਕੈਪ प्लस 0 k कैप। नीचे इन्हों का डिटर्मिनेंट कर लिया 4x स्क्वायर प्लस 2 4y स्क्वायर z का 0 आएगा। सोल्व कर लिया अपने को आया दैट इज अपने को यूनिट नॉर्मल वैक्टर जेड़ा हैगा x i कैप प्लस y j कैप डिवाइडेड बाय 2। हुण इन्हों का डॉट प्रोडक्ट ना क्वेश्चन के मुताबिक इन्हों का डॉट प्रोडक्ट करना है डॉट प्रोडक्ट कर दिता कि n वैक्टर देना। हुण n वैक्टर की है आ वाली टर्म है ये n वैक्टर है जी ये याद रखियो इन्हों n वैक्टर गया ये n वैक्टर है। हुण a वैक्टर अपने को की सीगा 4x i कैप प्लस 2y स्क्वायर j कैप प्लस z स्क्वायर k कैप ਇਹਦਾ ਡਾਟ ਪ੍ਰੋਡਕਟ ਕੀਤਾ n ਵੈਕਟਰ ਦੇ ਨਾਲ ਕੀ ਹੈਗਾ x i कैप प्लस y j कैप डिवाइडेड बाय 2। ਹੁਣ ਮੈਨੂੰ ਪਤਾ ਹੈ ਕਿ i कैप डॉट i कैप ही 1 ਹੁੰਦਾ ਹੈ ਜਿਹੜਾ ਬਾਕੀ ਦੇ ਨਾਲ ਕਰੂੰਗਾ ਉਹ 0 ਹੋਏਗਾ ਤੇ ਮਤਲਬ 4x into x by 2 that is a 2x square ਆ ਗਿਆ ਇਦਾਂ ਹੀ minus 2y square into y by 2 that is ਆਪਣੇ ਕੋ y ਦੀ ਕਿਊਬ ਆ ਗਿਆ। ਇਕੁਏਸ਼ਨ ਬਣ ਗਈ। ਹੁਣ ਆਪਣੇ ਕੋ ਇਹਦਾ ਇੰਟੀਗ੍ਰੇਸ਼ਨ ਕਰਨਾ। ਹੁਣ ਸੋਲਵ ਕੀ ਕਰਨਾ ਕਿ ਇਹਨਾਂ ਦਾ सरफेस इंटीग्रेशन करना है सरफेस नंबर 3 वाली दा S3 ਦਾ इंटीग्रेशन करना। ਹੁਣ ਇਸ ਇਕੁਏਸ਼ਨ ਨੂੰ ਸੋਲਵ ਕਰਨ ਦੇ ਲਈ ਮੈਂ x ਨੂੰ cos θ ਪੁੱਟ ਕਰ ਦਿੰਦਾ y ਨੂੰ 2 sin θ ਪੁੱਟ ਕਰ ਦਿੰਦਾ x ਨੂੰ 2 cos θ y ਨੂੰ 2 sin θ। ਹੁਣ ਇਹਦਾ ਡੈਰੀਵੇਟਿਵ ਕਰੂੰਗਾ ਤੇ ਮੇਰੇ ਕੋ ਕੀ ਆਏਗਾ ਹੁਣ ਡੈਰੀਵੇਟਿव करूंगा तो ਇਹਦਾ ਮੇਰੇ ਕੋ ਆਏਗਾ 2 sin θ cos θ अपने को आ गया हाँ sin θ cos θ अपने को आ गया 4 dz। ਹੁਣ ਇੱਥੇ ਆਪਣੇ ਕੋਲ ds3 ਦੀ ਵੈਲਿਊ ਆ ਗਈ ਆਪਣੇ ਕੋਲ 2 dz d ਥੀਟਾ। ਹੁਣ ਦੇਖੋ ਨਾ ਆਪਣੇ को मैं dx करूंगा तो अपने को आएगा 2 माइनस साइन थीटा इधर dy करूंगा अपने को आएगा 2 cos थीटा ਤੇ ਆਪਣੇ को ds3 ਦਾ ਇਕੁਅਲ ਹੈਗੀ ਹੈ ਆਪਣੇ को dx dy ਦੇ ਤੇ ਆ ਆਪਣੇ को ਆ ਗਿਆ ਨਾਲ ਆਪਣੇ को d ਥੀਟਾ ਵੀ ਤਾਂ ਕਰਨਾ ds3 अपने को d थीटा dz। ठीक है फिर उस तो बाद आप की करांगे पुट कर देने अपने को z की वैल्यू 0 तो 3 ਦੇ ਵਿੱਚ ਜਾ ਰਹੀ ਹੈ ਉਹ ਆਪਾਂ ਕੁਐਸਚਨ ਦੇ ਵਿੱਚ ਹੈ। ਹੁਣ ਥੀਟਾ ਦੀ ਵੈਲਿਊ ਆਪਣੇ ਕੋਲ 0 ਤੋਂ ਪਾਈ ਦੇ ਵਿੱਚ 2 ਪਾਈ ਦੇ ਵਿੱਚ ਜਾ ਰਹੀ ਹੈ। ਆਪਾਂ ਪੁੱਟ ਕਰ ਦੇਣੀ 2 cos square ਥੀਟਾ x ਦੀ ਵੈਲਿਊ ਪੁੱਟ ਕਰ ਦੇਣੀ ਇਹਦੇ ਵਿੱਚ y ਦੀ ਵੈਲਿਊ ਪੁੱਟ ਕਰ ਦੇਣੀ 2 dz d ਥੀਟਾ ਕਰ ਦਿੱਤੀ। ਪਹਿਲੇ 2 ਨੂੰ ਬਾਹਰ ਲੈ ਗਏ 2 ਨੂੰ ਬਾਹਰ ਲੈ ਜਾਓ ਜਾਂ ਆਪਣੇ ਕੋ ਅੰਦਰ ਮਲਟੀਪਲਾਈ ਕਰ ਲਓ ਉਹ ਤੁਹਾਡੀ ਮਰਜ਼ੀ ਹੈ। ਫਿਰ ਆਪਾਂ ਪਹਿਲੇ ਸੋਲਵ ਕੀਤਾ 16 cos square minus 16 sin cube theta। ਹੁਣ ਇਹਨਾਂ ਦੀ ਇੰਟੀਗ੍ਰੇਸ਼ਨ ਕੀਤੀ ਹੈ ਵਿਦ ਰਿਸਪੈਕਟ ਟੂ z
ਤੇ ਆਪਣੇ ਕੋ ਕੀ ਆਏਗਾ। ਹੁਣ ਇਹ ਸਾਰੇ ਫੰਕਸ਼ਨ ਆਪਣੇ ਕੋ ਕਨਸਟੈਂਟ ਹੋ ਗਏ, ਕਿਉਂ? ਕਿਉਂਕਿ ਇਹ ਇਹਨਾਂ ਵਿੱਚ ਕੋਈ ਵੀ z ਵੇਰੀਏਬਲ ਨਹੀਂ ਹੈਗਾ ਤੇ 1 ਦੀ ਤਰ੍ਹਾਂ ਰਹਿ। ਹੁਣ 1 ਦਾ ਇੰਟੀਗ੍ਰੇਸ਼ਨ ਕੀ ਹੋਏਗਾ, z, ਤੇ z ਦੀ ਲਿਮਿਟ ਪੁੱਟ ਕਰਦੇ 3 ਤੋਂ ਲੈ ਕੇ 0 ਤੋਂ ਲੈ ਕੇ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ। ਹੁਣ ਇਹ ਤੋਂ ਬਾਅਦ 16 ਕਨਸਟੈਂਟ ਬਾਹਰ ਆ ਗਿਆ, cos ਸਕੁਅਰ ਥੀਟਾ ਮਾਈਨਸ sin ਕਿਊਬ ਥੀਟਾ ਇਹ ਕਨਸਟੈਂਟ ਹੋ ਗਿਆ ਵਿਦ ਰਿਸਪੈਕਟ ਟੂ ਜਦੋਂ z ਨਾਲ ਇੰਟੀਗ੍ਰੇਸ਼ਨ ਕਰਦੇ हैं। ਹੁਣ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ ਪੁੱਟ ਕਰਾਂਗੇ, 3 ਮਾਈਨਸ 0 ਤੇ 3 ਆ ਜਾਏਗਾ ਤੇ 3 ਬਾਹਰ ਆ ਜਾਏਗਾ ਤੇ 16 इंटू 3 अपने को 48 आ जाएगा। फिर उसके बाद अपने को इंटीग्रेशन बनती है, उस तो बाद 48 बाहर आ गया, 0 तो लैके 2 पाई अपने को थीटा वेरी कर रहा है, चेंज हो रहा है, कोस के थीटा माइनस साइन क्यूब थीटा। ਹੁਣ ਆਪਣੇ को की किया ਆਪਾਂ इंटीग्रेशन सैपरेट कर लिया, क्योंकि अपने को 0 तो लैके 2 पाई कोस के थीटा डी थीटा माइनस 48 0 तो लैके 2 पाई साइन क्यूब थीटा डी थीटा। ਹੁਣ ਇੰਟੀਗ੍ਰੇਸ਼ਨ ਆਪਾਂ ਸੈਪਰੇਟ ਕਰ ਦਿੱਤੀ ਹੈ। ਉਸ ਤੋਂ ਬਾਅਦ ਆਪਾਂ ਕੀ ਕੀਤਾ, ਹੁਣ ਇਹਦੇ ਵਿੱਚ ਆਪਣੇ ਕੋ f ਨੂੰ sin ਥੀਟਾ sin ਕਿਊਬ ਥੀਟਾ ਮੰਨ ਲਿਆ। ਹੁਣ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ ਆਪਾਂ ਰਿਲੇਸ਼ਨ ਪੜਿਆ ਹੋਇਆ ਆ ਕਿ ਅਗਰ ਮੈਂ ਦੋਨੋਂ ਲਿਮਿਟ ਦਾ ਸਮ ਕਰਾਂਗਾ ਤੇ ਮਾਈਨਸ ਥੀਟਾ ਕਰਾਂਗਾ ਤੇ ਅਗਰ ਮੇਰੇ ਕੋ ਫੰਕਸ਼ਨ ਨੈਗੇਟਿਵ ਦੇ ਵਿੱਚ ਬਣ ਰਿਹਾ ਤੇ ਇਹਨਾਂ ਦੋਨਾਂ ਦਾ ਸਮ ਆਪਣੇ ਕੋ 0 ਦੇ ਬਰਾਬਰ ਹੋਏਗਾ। ਠੀਕ ਹੈ ਜੀ। ਫਿਰ ਆਹ ਵਾਲਾ ਪਾर्ट मेरे को 0 ਦੇ ਬਰਾਬਰ ਹੋ ਜਾਏਗਾ, ਜਿਹੜਾ ਆਹ ਵਾਲਾ ਪਾर्ट ਹੈ ਇਹ 0 ਦੇ ਬਰਾਬਰ ਹੋ ਜਾਏਗਾ। ਤੇ 0 ਦੇ ਬਰਾਬਰ ਹੋਣ ਤੋਂ ਬਾਅਦ ਆਪਣੇ को ਕੀ ਬਚਿਆ, ਸਿਰਫ ਆਹ ਵਾਲਾ ਪਾर्ट ਬਚੇਗਾ ਤੇ ਇਹਦਾ ਮੈਂ ਸੋਲਵ ਕਰ ਲੂੰਗਾ। cos ਸਕੁਅਰ ਥੀਟਾ ਆਪਣੇ को ਫਾਰਮੂਲਾ ਹੁੰਦਾ ਨਾ cos 2 ਥੀਟਾ ਇਜ਼ ਇਕੁਅਲ ਟੂ 2 cos ਸਕੁਅਰ ਥੀਟਾ ਮਾਈਨਸ 1। ਮੈਂ ਇੱਥੇ ਅਪਲਾਈ ਕਰ ਦਿੱਤਾ। ਹੁਣ ਦੇਖੋ cos ਸਕੁਅਰ ਥੀਟਾ ਕੱਢਣਾ ਸੀ, ਇਹਦੇ ਵਿੱਚੋਂ cos ਸਕੁਅਰ ਥੀਟਾ ਫਾਈਂਡ ਆਊਟ ਕਰ ਲਓ। cos ਸਕੁਅਰ ਥੀਟਾ ਇਜ਼ ਇਕੁਅਲ ਟੂ 1 ਉੱਧਰ ਜਾ ਕੇ ਪਲੱਸ ਦੇ ਵਿੱਚ ਹੋਏਗਾ cos 2 ਥੀਟਾ ਔਰ ਡਿਵਾਈਡਡ ਬਾਈ 2। ਇਹ ਅਪਲਾਈ ਕਰ ਦਿੱਤਾ, 2 ਨਾਲ ਡਿਵਾਈਡ ਕਰਨਾ ਸੀ, 2 ਇੱਧਰ ਡਿਵਾਈਡ ਕਰਤਾ 24 ਆ ਗਿਆ ਤੇ 1 ਪਲੱਸ cos 2 ਥੀਟਾ। ਹੁਣ ਇਹਦੀ ਇੰਟੀਗ੍ਰੇਸ਼ਨ ਸੋਲਵ ਕਰ ਲਈ, 1 ਦੀ ਇੰਟੀਗ੍ਰੇਸ਼ਨ ਥੀਟਾ और sin 2 cos 2 थीटा ਦੀ ਇੰਟੀਗ੍ਰੇਸ਼ਨ sin 2 थीटा डिवाइडेड बाय 2। ਅਪਰ ਲਿਮਿਟ ਮਾਈਨਸ ਲੋਅਰ ਲਿਮਿਟ ਪੁੱਟ ਕਰ ਦਿੱਤੇ, ਸੋਲਵ ਕਰਨ ਤੋਂ ਬਾਅਦ ਆਪਣੇ ਕੋ 48 ਪਾਈ ਆ ਗਿਆ। ਹੁਣ ਆਪਣੇ ਕੋ ਜਿੰਨੀਆਂ ਵੀ ਆਪਾਂ ਤਿੰਨ ਸਰਫੇਸ ਆਪਾਂ ਯੂਜ਼ ਕੀਤੀਆਂ ਹੁਣ ਉਹਨਾਂ ਦੀ ਵੈਲਿਊ ਪੁੱਟ ਕਰ ਦਿਓ। ਫਸਟ ਸਰਫੇਸ ਦੇ ਲਈ 0 ਹੋ ਗਈ, ਸੈਕਿੰਡ ਸਰਫੇਸ ਲਈ 36 ਪਾਈ, थर्ड सरफेस लिए 48 पाई तो सम कर देता अपने को 84 पाई। ਹੁਣ अपने को राइट हैंड साइड लेफ्ट हैंड साइड के बराबर हो गई, इट मीन्स की डाइवर्जेंस थ्योरम अपने को वेरीफाई हो गई। ईजी है क्वेश्चन, बट यह है कि प्रैक्टिस करनी है।